Students, I hope you all are very well. So today we will discuss new topic, calculation of subscription income. Clear? ਅੱਜ ਤੋਂ ਸਾਡਾ ਜਿਹੜਾ numerical portion start ਹੋਣ ਲੱਗਿਆ ਚੈਪਟਰ ਨੰਬਰ 1 ਦਾ ਅਕਾਊਂਟਿੰਗ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਕਲੀਅਰ। ਤਾਂ ਹੁਣ ਇਹਦੇ ਵਿੱਚ ਫਸਟ ਸਟੈਪ ਆ ਸਾਡੇ ਕੋਲੇ ਕਿ ਅਸੀਂ ਸਬਸਕ੍ਰਿਪਸ਼ਨ ਇਨਕਮ ਕਿੱਦਾਂ ਕੈਲਕੂਲੇਟ ਕਰਨੀ ਆ। ਦੇਖੋ ਸਬਸਕ੍ਰਿਪਸ਼ਨ ਇਨਕਮ ਕੀ ਹੁੰਦੀ ਆ, ਜਿਹੜੇ ਸਾਡੇ ਮੈਂਬਰ ਆਪਦੀ ਮੈਂਬਰਸ਼ਿਪ ਨੂੰ ਜਾਰੀ ਰੱਖਣ ਦੇ ਲਈ, ਆਪਦੀ ਮੈਂਬਰਸ਼ਿਪ ਨੂੰ ਲਿਵ ਰੱਖਣ ਦੇ ਲਈ ਜਿਹੜੀ ਉਹ ਹਰ ਸਾਲ ਪੇਮੈਂਟ ਕਰਦੇ ਆ ਉਹਨੂੰ ਅਸੀਂ ਕੀ ਕਹਿੰਦੇ ਆ, ਸਬਸਕ੍ਰਿਪਸ਼ਨ ਕਹਿੰਦੇ ਆ। ਠੀਕ ਹੈ, ਹੁਣ ਜਦੋਂ ਅਸੀਂ ਸਬਸਕ੍ਰਿਪਸ਼ਨ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਰਿਕਾਰਡ ਕਰਨੀ ਆ ਤਾਂ ਫਸਟਲੀ ਤੁਸੀਂ ਧਿਆਨ ਰੱਖਣਾ ਹੈ ਕਿ ਅਸੀਂ ਸਿਰਫ ਕਰੰਟ ਈਅਰ ਦੀ ਇਨਕਮ ਹੀ ਇਨਕਲੂਡ ਕਰਨੀ ਆ। ਅਗਰ ਕੋਈ ਪਿਛਲੇ ਸਾਲ ਦੀ ਸਬਸਕ੍ਰਿਪਸ਼ਨ ਹੈ ਉਹ ਵੀ ਮਾਈਨਸ ਕਰ ਦੇਣੀ ਆ, ਅਗਰ ਕੋਈ ਨੈਕਸਟ ਈਅਰ ਦੀ ਸਬਸਕ੍ਰਿਪਸ਼ਨ ਹੈ ਉਹ ਵੀ ਮਾਈਨਸ ਕਰ ਦੇਣੀ ਆ, ਪਰ ਇਸ ਈਅਰ ਦੀ ਸਬਸਕ੍ਰਿਪਸ਼ਨ ਚਾਹੇ ਉਹ ਮਿਲੀ ਹੈ ਚਾਹੇ ਨਹੀਂ ਮਿਲੀ ਉਹ ਅਸੀਂ ਐਡ ਕਰਨੀ ਹੀ ਕਰਨੀ ਆ। ਤਾਂ ਜਦੋਂ ਵੀ ਤੁਸੀਂ ਸਬਸਕ੍ਰਿਪਸ਼ਨ ਦਾ ਕੁਐਸਚਨ ਕਰਨਾ ਹੈ ਤੁਸੀਂ ਕਰੰਟ ਈਅਰ ਨੂੰ ਮਾਈਂਡ ਦੇ ਵਿੱਚ ਲੈ ਕੇ ਚੱਲਣਾ ਕਿ ਅਸੀਂ ਸਿਰਫ ਇਸ ਸਾਲ ਦੀ ਇਨਕਮ ਐਡ ਕਰਨੀ ਆ, ਕੋਈ ਪਿਛਲੇ ਸਾਲ ਦੀ ਅਗਲੇ ਸਾਲ ਦੀ ਉਹ ਮਾਈਨਸ ਕਰ ਦੇਣੀ। ਕਲੀਅਰ? ਜਾਂ ਤਾਂ ਤੁਸੀਂ ਇਸ ਟੇਬਲ ਨੂੰ ਇੱਕ ਤਰ੍ਹਾਂ ਨਾਲ ਲਰਨ ਕਰ ਲਓ। ਕੀ ਆਪਾਂ ਲਰਨ ਕਰਨਾ ਹੈ ਕਿ ਅਗਰ ਹੋਵੇ ਓਪਨਿੰਗ, ਅਗਰ ਸਾਡੇ ਕੋਲੇ ਓਪਨਿੰਗ ਸਬਸਕ੍ਰਿਪਸ਼ਨ ਆਊਟਸਟੈਂਡਿੰਗ ਆ, ਆਊਟਸਟੈਂਡਿੰਗ ਮੀਨਸ ਰਿਸੀਵ ਕਰਨ ਵਾਲੀ ਰਹਿੰਦੀ ਹੈ, ਇਹਨੂੰ ਅਸੀਂ ਆਊਟਸਟੈਂਡਿੰਗ ਵੀ ਲਿਖ ਸਕਦੇ ਹਾਂ, ਡਿਊ ਵੀ ਲਿਖ ਸਕਦੇ ਹਾਂ, ਐਰੀਅਰਸ ਮੀਨਸ ਬਕਾਇਆ। ਅਗਰ ਸਾਡੀ ਓਪਨਿੰਗ ਸਾਲ ਦੇ ਸ਼ੁਰੂ ਦੇ ਵਿੱਚ ਕੋਈ ਪੈਸੇ ਲੈਣ ਵਾਲੇ ਰਹਿੰਦੇ ਆ ਸਬਸਕ੍ਰਿਪਸ਼ਨ ਦੇ ਤਾਂ ਅਸੀਂ ਉਹਨੂੰ ਕੀ ਕਰਾਂਗੇ, ਮਾਈਨਸ। ਅਗਰ ਇਹੀ ਆਊਟਸਟੈਂਡਿੰਗ ਸਾਡਾ ਕਲੋਜ਼ਿੰਗ ਹੈ ਤਾਂ ਕਲੋਜ਼ਿੰਗ ਆਊਟਸਟੈਂਡਿੰਗ ਨੂੰ ਅਸੀਂ ਕੀ ਕਰਾਂਗੇ, ਪਲੱਸ। ਸੈਕਿੰਡ ਪੁਆਇੰਟ ਆ ਸਾਡੇ ਕੋਲੇ ਐਡਵਾਂਸ ਦਾ। ਐਡਵਾਂਸ ਅਗਰ ਓਪਨਿੰਗ ਹੈ ਤਾਂ ਆਪਾਂ ਪਲੱਸ ਕਰਾਂਗੇ, ਅਗਰ ਕਲੋਜ਼ਿੰਗ ਆ ਤਾਂ ਆਪਾਂ ਮਾਈਨਸ ਕਰਾਂਗੇ। ਤੁਸੀਂ ਸਿੰਪਲ ਜਦੋਂ ਕੁਐਸਚਨ ਕਰਨ ਲੱਗਣਾ ਹੈ ਚਾਹੇ ਆਪਦੀ ਕਾਪੀ ਦੇ ਸਾਈਡ ਤੇ ਇੱਕ ਛੋਟਾ ਟੇਬਲ ਬਣਾ ਲਓ, ਉੱਥੇ ਸਾਈਨ ਲਾ ਲਓ ਪਲੱਸ ਮਾਈਨਸ ਮਾਈਨਸ ਪਲੱਸ ਐਡਵਾਂਸ ਦੇ ਤੇ ਆਊਟਸਟੈਂਡਿੰਗ ਦੇ। ਕਲੀਅਰ? ਜਾਂ ਇਹਦੇ ਰੀਜ਼ਨ ਕੀ ਆ, ਦੇਖੋ ਮੰਨ ਲਓ ਤੁਹਾਡਾ ਕਰੰਟ ਈਅਰ 1 ਜਨਵਰੀ 2020 ਤੋਂ 31 ਦਸੰਬਰ 2020 ਹੈ, ਇਹ ਸਾਡਾ ਕਰੰਟ ਈਅਰ ਆ। ਹੁਣ ਆਪਾਂ ਟੇਬਲ ਨੂੰ ਐਕਸਪਲੇਨ ਕਰਦੇ ਹਾਂ। ਠੀਕ ਹੈ, ਜਿਹੜੇ ਪੈਸੇ ਤੁਹਾਡੇ 1 ਜਨਵਰੀ ਨੂੰ ਹੀ ਆਊਟਸਟੈਂਡਿੰਗ ਹੈ, ਸਾਲ ਦੇ ਸ਼ੁਰੂ 'ਚ ਹੀ ਆਊਟਸਟੈਂਡਿੰਗ ਆ। ਹੁਣ ਅੱਜ ਹਜੇ 2020 ਤਾਂ 1 ਜਨਵਰੀ ਨੂੰ ਸਟਾਰਟ ਹੋਇਆ, ਸ਼ੁਰੂ 'ਚ ਹੀ ਪੈਸੇ ਆਊਟਸਟੈਂਡਿੰਗ ਆ, ਮਤਲਬ ਕਿ ਪਿਛਲੇ ਸਾਲ ਦੇ ਰਹਿੰਦੇ ਹੋਣਗੇ। ਅੱਜ ਵਾਲਾ ਈਅਰ ਤਾਂ ਹਜੇ ਹੁਣ ਸਟਾਰਟ ਹੋਇਆ। ਅਗਰ ਇਹ ਪਿਛਲੇ ਈਅਰ ਦੇ ਰਹਿੰਦੇ ਆ ਤਾਂ ਕਰਕੇ ਅਸੀਂ ਓਪਨਿੰਗ ਆਊਟਸਟੈਂਡਿੰਗ ਨੂੰ ਕੀ ਕਰਦੇ ਆ, ਮਾਈਨਸ। ਕਲੀਅਰ? ਅਗਰ 31 ਦਸੰਬਰ 2020 ਆ ਗਿਆ ਮੀਨਸ ਕਿ 2020 ਦਾ ਲਾਸਟ ਡੇ ਆ ਗਿਆ, ਉਸ ਦਿਨ ਨੂੰ ਤੁਹਾਡੇ ਕੋਈ ਪੈਸੇ ਆਊਟਸਟੈਂਡਿੰਗ ਆ, ਉਸ ਦਿਨ ਨੂੰ ਤੁਹਾਡੇ ਕੋਈ ਪੈਸੇ ਲੈਣ ਵਾਲੇ ਰਹਿੰਦੇ ਆ, ਮਤਲਬ ਕਿ ਹੁਣ ਆਹ ਸਾਰਾ ਸਾਲ ਖਤਮ ਹੋ ਗਿਆ ਤਾਂ ਕੋਈ ਇਸ ਸਾਲ ਦੇ ਪੈਸੇ ਲੈਣ ਵਾਲੇ ਰਹਿੰਦੇ ਹੋਣਗੇ, ਤਾਂ ਕਰਕੇ ਅਸੀਂ ਕਲੋਜ਼ਿੰਗ ਆਊਟਸਟੈਂਡਿੰਗ ਨੂੰ ਕੀ ਕਰਦੇ ਆ, ਪਲੱਸ ਕਰਦੇ ਆ। ਕਲੀਅਰ? ਜਿਹੜਾ ਸਾਲ ਦੇ ਸ਼ੁਰੂ 'ਚ ਆਊਟਸਟੈਂਡਿੰਗ ਆ ਉਹ ਪਿਛਲੇ ਸਾਲ ਦਾ ਕੋਈ ਬਕਾਇਆ ਰਹਿੰਦਾ ਉਹ ਪਿਛਲੇ ਸਾਲ ਦਾ ਤਾਂ ਮਾਈਨਸ ਕਰਤਾ। ਜਿਹੜਾ ਸਾਲ ਦੇ ਐਂਡ 'ਚ ਕੋਈ ਰਿਸੀਵ ਕਰਨ ਵਾਲਾ ਰਹਿੰਦਾ ਮਤਲਬ ਕਿ ਉਹ ਇਸ ਸਾਲ ਦੇ ਪੈਸੇ ਰਿਸੀਵ ਕਰਨ ਵਾਲੇ ਰਹਿੰਦੇ ਆ, ਅਗਰ ਇਸ ਸਾਲ ਦੇ ਆ ਤਾਂ ਭਾਵੇਂ ਨਹੀਂ ਮਿਲਿਆ ਅਸੀਂ ਉਹਨਾਂ ਨੂੰ ਕੀ ਕਰਾਂਗੇ, ਪਲੱਸ ਕਰਾਂਗੇ। ਦੈਨ ਆ ਜੋ ਐਡਵਾਂਸ ਤੇ, ਹੁਣ ਅਗਰ 1 ਜਨਵਰੀ ਨੂੰ ਹੀ ਐਡਵਾਂਸ ਆ, ਸਾਲ ਦੇ ਸ਼ੁਰੂ 'ਚ ਹੀ ਐਡਵਾਂਸ ਆ, ਮਤਲਬ ਕਿ ਇਹ ਐਡਵਾਂਸ ਤੁਸੀਂ 2019 'ਚ ਦਿੱਤਾ ਹੋਊਗਾ ਅਤੇ ਦਿੱਤਾ ਕਿਹੜੇ ਸਾਲ ਲਈ ਹੋਊਗਾ, 2020 ਦੇ ਲਈ। ਅਗਰ ਇਸ ਸਾਲ ਦਾ ਐਡਵਾਂਸ ਆ ਚਾਹੇ ਪਿਛਲੇ ਸਾਲ 'ਚ ਮਿਲਿਆ ਵਾ ਹੈਗਾ ਤਾਂ ਇਸ ਸਾਲ ਲਈ ਸੀ, ਤਾਂ ਕਰਕੇ ਅਸੀਂ ਓਪਨਿੰਗ ਐਡਵਾਂਸ ਨੂੰ ਕੀ ਕਰਦੇ ਹਾਂ, ਪਲੱਸ ਕਰਦੇ ਹਾਂ। ਅਗਰ 31 ਦਸੰਬਰ ਨੂੰ ਕੋਈ ਐਡਵਾਂਸ ਆ, ਐਂਡ 'ਤੇ ਐਡਵਾਂਸ ਆ, ਅਗਰ ਤੁਸੀਂ 2020 'ਚ ਐਡਵਾਂਸ ਦੇ ਰਹੇ ਆ ਤਾਂ ਕਿਹੜੇ ਸਾਲ ਲਈ ਦਓਗੇ, 21 ਲਈ ਦਓਗੇ। 21 ਤੁਹਾਡਾ ਨੈਕਸਟ ਈਅਰ ਹੋ ਗਿਆ, ਅਗਰ ਨੈਕਸਟ ਈਅਰ ਹੋ ਗਿਆ ਤਾਂ ਉਹਨੂੰ ਤੁਸੀਂ ਕੀ ਕਰੋਗੇ, ਮਾਈਨਸ। ਕਲੀਅਰ ਹੋਇਆ ਬੱਚੇ? ਕਿ ਤੁਸੀਂ ਇਹ ਕਨਸੈਪਟ ਲੈ ਕੇ ਚੱਲਣਾ, ਜੇ ਸਾਲ ਦੇ ਐਂਡ 'ਤੇ ਕੋਈ ਪੈਸੇ ਲੈਣ ਵਾਲੇ ਰਹਿੰਦੇ ਆ ਉਹ ਇਸ ਸਾਲ ਦੇ ਆ, ਚਾਹੇ ਮਿਲੇ ਚਾਹੇ ਨਹੀਂ, ਉਹ ਅਸੀਂ ਪਲੱਸ ਕਰਾਂਗੇ। ਸਾਲ ਦੇ ਸ਼ੁਰੂ 'ਚ ਐਡਵਾਂਸ ਆ ਉਹ ਮਿਲਿਆ ਪਿਛਲੇ ਸਾਲ ਸੀ ਪਰ ਹੈ ਇਸ ਸਾਲ ਦਾ, ਅਗਰ ਇਸ ਸਾਲ ਦਾ ਤਾਂ ਅਸੀਂ ਉਹਨੂੰ ਪਲੱਸ ਕਰਾਂਗੇ। ਬਾਕੀ ਜੋ ਕੋਈ ਪਿਛਲੇ ਸਾਲ ਦੇ ਪੈਸੇ ਲੈਣ ਵਾਲੇ ਰਹਿੰਦੇ ਆ ਜਾਂ ਨੈਕਸਟ ਈਅਰ ਦਾ ਐਡਵਾਂਸ ਆ ਉਹਨੂੰ ਅਸੀਂ ਕਰਾਂਗੇ ਮਾਈਨਸ। ਇਹ ਬੇਸਿਕ ਨੂੰ ਲੈ ਕੇ ਤੁਸੀਂ ਕੁਐਸਚਨ ਕਰਨਾ ਹੈ। ਕੁਐਸਚਨ ਨੰਬਰ 4 ਦੇਖੋ, calculate the amount of subscription to be credited to income and expenditure account year ending 31st March 2013 subscription received during current year। ਸਾਡਾ ਕਰੰਟ ਈਅਰ ਕਿਹੜਾ ਹੈ, 31 ਮਾਰਚ 2013। ਕਲੀਅਰ? ਤਾਂ ਇਹ ਸਟਾਰਟ ਕਿੱਥੋਂ ਹੋਇਆ ਹੋਊਗਾ, 1/4/12 ਤੋਂ। ਹੁਣ ਕਈ ਜਗ੍ਹਾ ਤੇ ਤੁਹਾਨੂੰ ਕਨਫਿਊਜ਼ ਕਰਨ ਲਈ 31/3/12 ਵੀ ਲਿਖਿਆ ਹੋਊਗਾ। ਅਗਰ 12 ਲਿਖਿਆ ਆ ਗਿਆ ਮਤਲਬ ਤੁਹਾਡੇ ਲਈ ਇਹ ਓਪਨਿੰਗ ਹੈ, ਅਗਰ 13 ਲਿਖਿਆ ਆ ਗਿਆ ਮਤਲਬ ਤੁਹਾਡੇ ਲਈ ਇਹ ਕਲੋਜ਼ਿੰਗ ਆ। ਤੁਹਾਨੂੰ ਕੁਐਸਚਨ 'ਚ ਮੈਂਸ਼ਨ ਵੀ ਹੋ ਸਕਦਾ ਓਪਨਿੰਗ ਆ ਕਲੋਜ਼ਿੰਗ ਆ, ਜਾਂ ਤੁਸੀਂ ਖੁਦ ਵੀ ਪਤਾ ਕਰਨਾ ਹੋ ਸਕਦਾ। ਕਲੀਅਰ? ਤਾਂ ਜਦੋਂ ਹੁਣ ਆਪਾਂ ਕਰਾਂਗੇ ਰਿਸੀਵ ਡਿਊਰਿੰਗ ਈਅਰ ਹੈ 38,400, ਸਬਸਕ੍ਰਿਪਸ਼ਨ ਆਊਟਸਟੈਂਡਿੰਗ ਔਨ 31 ਮਾਰਚ 2012। 2012 ਮਤਲਬ ਓਪਨਿੰਗ ਆਊਟਸਟੈਂਡਿੰਗ ਨੂੰ ਅਸੀਂ ਕੀ ਕਰਦੇ ਹੁੰਦੇ ਆ, ਮਾਈਨਸ। ਰਿਸੀਵ ਇਨ ਐਡਵਾਂਸ ਔਨ 31/12 ਫਿਰ ਤੋਂ ਓਪਨਿੰਗ ਐਡਵਾਂਸ ਪਲੱਸ।
सबसक्रिप्शन आउटस्टैंडिंग ऑन 31 मार्च 13 साडा साल भी 13 वाला है, तो इस दे एंड ते कुछ पैसे लैन वाले रहिंदे आ क्लोजिंग आउटस्टैंडिंग मतलब इस ईयर का, अगर इस ईयर का तो असीं इहनूं की करांगे प्लस करांगे। सबसक्रिप्शन आउटस्टैंडिंग इन एडवांस ऑन 31 मार्च 2013 एंड ते कोई एडवांस आ, अगर एंड ते कोई एडवांस दिता तो अगले साल 14 लई दिता होगा, अगर नैक्सट ईयर का तो असीं इहनूं की करांगे माइनस करांगे। हुण देखो इहनूं लिखना किद्दां है, सिंपल तुसीं एक परफॉर्मा ले लिया, इहदे विच फर्स्टली सबसक्रिप्शन रिसीव्ड ड्यूरिंग ईयर, रिसीव कितनी हुई है सानू 38,400। हुण इहदे च जो दो आइटम्स ऐड होनी वो आप ऐड वाले च पा लांगे, दो लैस होनी है वो लैस वाले दे विच पा लांगे। क्लीयर। सब तो पहला असीं ऐड करना हुंदा है सबसक्रिप्शन रिसीव इन एडवांस ओपनिंग। ओपनिंग साडे कोल इत्थे कितना है 31/3/12, 31/3/12 का जे असीं एडवांस देखिए कितना है 3,410 रुपए। एक साडे कोल ऐड हुंदा है सबसक्रिप्शन आउटस्टैंडिंग एट एंड, एंड ते 31/3/13 नूं साडी कितनी आउटस्टैंडिंग सबसक्रिप्शन है 2,525 रुपए। क्लीयर। मीनस के प्लस होने वाली साडे कोल वैल्यू कितनी आ गई 5,935 रुपए। हुण असीं माइनस की करना, माइनस असीं करना है सबसक्रिप्शन रिसीव इन एडवांस एट एंड 31/3/13 नूं एंड ते कितना है साडे कोल एडवांस 2,275 रुपए। सबसक्रिप्शन आउटस्टैंडिंग ओपनिंग, ओपनिंग कितनी है रजे साडे कोल 31/3/12 की आउटस्टैंडिंग अमाउंट है 2,575 रुपए। क्लीयर। तो साडे कोल टोटल जिहड़ा माइनस करने वाला आ गया 4,850 रुपए। तो हुण आपां की करांगे इन्हां दोनों नूं ऐड कर लांगे, इन्हां दोनों नूं ऐड करके जो आऊगा उहदे विच्चों 4,850 रुपए माइनस कर दांगे, तो तुहाडे कोल आंसर आ जाएगा सबसक्रिप्शन रिसीव्ड फॉर द करंट ईयर, कि जिन्नी साडी करंट ईयर की इनकम बनती है। वैसे तो सानू इन्ने पैसे मिले सी, पर करंट ईयर के साडे बनते आ 39,485 रुपए। क्लीयर। बस तुसीं इस चीज़ नूं ध्यान च रखना है कि ओपनिंग आउटस्टैंडिंग माइनस क्लोजिंग एडवांस माइनस, उल्ट इहदे तो उल्ट एडवांस ओपनिंग प्लस ते आउटस्टैंडिंग क्लोजिंग प्लस। क्लीयर। दैन नैक्सट क्वेश्चन, नैक्सट क्वेश्चन बच्चे तुहाडे कोले आउंदा है जदों सानू इदां रिसिप्ट एंड पेमेंट अकाउंट दे विच इनफॉर्मेशन गिवन होवे, जिद्दां फ्रॉम द फॉलोइंग एक्सट्रैक्ट ऑफ रिसिप्ट एंड पेमेंट अकाउंट एंड एडिशनल इनफॉर्मेशन यू आर रिक्वायर्ड टू कैलकुलेट इनकम फ्रॉम सबसक्रिप्शन फॉर द ईयर 31 मार्च 2019। साडा ईयर किहड़ा है 2019। शो देम इन इनकम एंड एक्सपेंडिचर अकाउंट एंड बैलेंस शीट। क्लीयर। हुण फर्स्टली तुसी की क्लीयर करना इत्थों, तुहानूं 3 सालां दी अमाउंट गिवन आ, मीनस कि जिहड़ी आ अमाउंट है 3 सालां दी अलग अलग आ। दो सानू टोटल रिसीव होया 41,000, जिहदे विच्चों 17-18 का 5,000 आ असीं पिछला साल नहीं लैना, 19-20 का 6,000 आ असीं अगला साल भी नहीं लैना, असीं सिर्फ आपदा करंट ईयर 18-19, क्योंकि अगर साडी 31 मार्च 2019 एंड आ तो स्टार्टिंग की होगी 1 अप्रैल 2018, तो साडा करंट ईयर हो गया 1/4/18 तो 31/3/19, मतलब कि 18-19 हो गया। हुण तुहानूं करंट ईयर का कितना पैसा रिसीव होया 30,000। सैकेंड पॉइंट रजे जो तुसीं इत्थे ध्यान च रखना है कि जदों तुहानूं इदां गिवन होवे, हुण असीं माइनस वाली चीज़ माइनस नहीं करांगे, असीं माइनस की करदे हुंदे आ पिछले साल दी जो रकम या अगले साल दी। हुण आ 30,000 दे विच तां अगला पिछला साल इनकलूड ही नहीं हैगा, क्योंकि पिछले साल दा 5,000 अलग लिखिया, अगले साल दा 6,000 अलग लिखिया, तो आपां इन्हां नूं ध्यान च नहीं लियावांगे। असीं 30,000 दे विच सिर्फ 2 चीज़ां जिहड़ियां ऐड करनियां हुंदियां, ऐड की करना हुंदा सी, एक आउटस्टैंडिंग एंड दा, एक एडवांस स्टार्टिंग दा। असी सिर्फ जो 2 आइटम्स ऐड करनी वो ऐड करांगे, माइनस कुछ नहीं करांगे। क्यों नहीं करांगे? क्योंकि वो 30,000 दे विच इनकलूड नहीं। क्लीयर। हुण एडिशनल इनफॉर्मेशन की आ, सबसक्रिप्शन आउटस्टैंडिंग ऑन 31 मार्च 2018 पिछला साल, पिछले साल की आउटस्टैंडिंग कितनी सी 6, उहदे चों सानू कितनी मिल गई 5, मीनस के हजे भी कितनी आउटस्टैंडिंग है 1,000। क्लीयर। 18-19 के एंड ते साडे कोले आउटस्टैंडिंग कितना 5 दे विच्चों 1,000 तो पिछले साल का ही रहिंदा, मतलब करंट ईयर का आउटस्टैंडिंग कितना है 4,000। अगेन बच्चे देखो जदों असीं आउटस्टैंडिंग काउंट करनी है तो पहलां आपां पिछले साल का वेखना है। पिछले साल की आउटस्टैंडिंग 6,000 सी, जिहदे चों सानूं 5 मिल गई, तो कितनी हजे भी आउटस्टैंडिंग है 1,000। इस ईयर के एंड ते 5,000 आउटस्टैंडिंग है, जिहदे चों 1 तो पिछला ही आ, तो करंट ईयर का आउटस्टैंडिंग कितना होया 4। असी सिर्फ करंट ईयर ही ऐड करना है। तो एडवांस साडे कोले स्टार्टिंग का कितना है 6,000, एक असी एडवांस स्टार्टिंग ऐड करना, एक असी आउटस्टैंडिंग एंड ऐड करना।
क्लीयर। तो ये लिए देखो असी इनकम एंड एक्सपेंडिचर अकाउंट बनावांगे, क्लीयर, जिहदे च डेबिट साइड एक्सपेंडिचर, क्रेडिट साइड इनकम। सबसक्रिप्शन बिजनेस लिए इनकम है तो किस साइड आएगी, क्रेडिट साइड बाय सबसक्रिप्शन अकाउंट। करंट ईयर का सानू कितना पैसा रिसीव होया 30,000। ये असी सिर्फ दो चीज़ां ऐड करनियां, आउटस्टैंडिंग एंड का साढ़े को 6,000 सी, जिहदे चों 1,000 पिछले 5,000 सी, 5,000 चों 1,000 पिछले साल का सी, तो करंट ईयर का सिर्फ कितना होया 4,000। एक असी ऐड करना है एडवांस बिगनिंग स्टार्टिंग, वो साढ़े को हैगा है 6,000। तो 30,000 च 4,000 इस साल का लैन वाला रहिंदा, 6,000 पहला एडवांस मिलिया वा, मीनस के साडी करंट ईयर की इनकम कितनी बनती आ 40,000। क्लीयर। नैक्सट उन्होंने कहा सी कि बैलेंस शीट च भी शो करो। हुण बैलेंस शीट च असीं की शो करना, असी नैक्सट ईयर 19-20 का एडवांस लिए बैठे हैं। अगर एडवांस लिए बैठे हो साडे लिए की है लाइबिलिटी, जो लाइबिलिटी है वो आएगी लाइबिलिटी साइड सबसक्रिप्शन रिसीव इन एडवांस। नैक्सट ईयर का असी 19-20 का कितना रिसीव किया होया 6,000, तो जो साडी हजे सबसक्रिप्शन ड्यू आ एट द एंड ऑफ ईयर 4,000 इस साल की, 1,000 पिछले साल की, टोटल कितनी 5,000, वो साडे कोले किस साइड आ जाएगी एसेट साइड। अगर कोई इनकम लैन वाली रहिंदी है वो साडा एसेट हुंदा, अगर कोई इनकम असी एडवांस ਲਈ बैठे तो वो साडी लाइबिलिटी है। क्लीयर। आई होप यू अंडरस्टैंड वैल। थैंक यू स्टूडेंट्स।